ਦੋਸਤੋ ਅਮਰੀਕਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਦੇ ਨਾਲ ਇੱਕ ਪਰੇਸ਼ਾਨੀ ਆਉਂਦੀ ਹੈ। ਉਹ ਪਰੇਸ਼ਾਨੀ ਐਸੀ ਹੁੰਦੀ ਹੈ ਕਿ ਉਹ ਅਮਰੀਕਾ ਆ ਜਾਂਦੇ ਨੇ, ਗ੍ਰੀਨ ਕਾਰਡ ਮਿਲ ਜਾਂਦਾ, ਅਮਰੀਕਾ ਮੂਵ ਹੋ ਜਾਂਦੇ ਨੇ, ਲੇਕਿਨ ਉਸ ਪਰੇਸ਼ਾਨੀ ਦੀ ਵਜ੍ਹਾ ਨਾਲ ਉਹਨਾਂ ਦੀ ਖੁਸ਼ੀ ਸਾਰੀ ਪਿੱਛੇ ਰਹਿ ਜਾਂਦੀ ਹੈ। ਉਹ ਪਰੇਸ਼ਾਨੀ ਉਹ ਆਪਣੇ ਮੁਲਕ ਚੋਂ ਲੈ ਕੇ ਟੁਰਦੇ ਨੇ। ਉਹ ਪਰੇਸ਼ਾਨੀ ਕੀ ਹੈ, ਉਹਦਾ ਹੱਲ ਕੀ ਹੈ, ਪੂਰੀ ਡਿਟੇਲ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਣੀ ਹੈ। ਇਹ ਸਵਾਲ ਬਹੁਤ ਜ਼ਿਆਦਾ ਹੁੰਦਾ, ਲੋਕ ਇਹਦੀ ਵਜ੍ਹਾ ਨਾਲ ਬਹੁਤ ਕਨਫਿਊਜ਼, ਪਰੇਸ਼ਾਨ ਔਰ ਡਰੇ ਰਹਿੰਦੇ ਨੇ। ਇਸ ਵਾਸਤੇ ਮੈਂ ਇੱਕ ਤਫਸੀਲੀ ਵੀਡੀਓ ਬਣਾ ਰਿਹਾ ਵਾਂ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਉਹ ਪਰੇਸ਼ਾਨੀ ਇਹ ਵੇ ਜਨਾਬ ਕਿ ਜਦੋਂ ਤੁਸੀਂ ਅਮਰੀਕਾ ਆਉਂਦੇ ਹੋ, ਗ੍ਰੀਨ ਕਾਰਡ ਲੈ ਲਿਆ, ਲੇਕਿਨ ਤੁਹਾਡੇ ਨਾਲ ਇੱਕ ਪਰੇਸ਼ਾਨੀ ਹੈ ਕਿ ਯਾਰ ਮੈਂ ਤਾਂ ਇਹ ਰਿਟਾਇਰ ਹੀ ਨਹੀਂ ਹੋਇਆ, ਮੈਂ ਤੇ ਇਹ ਦੁਕਾਨ ਹੀ ਨਹੀਂ ਵੇਚ ਕੇ ਆਇਆ, ਮੈਂ ਤੇ ਇਹ ਆਪਣਾ ਕਾਰੋਬਾਰ ਹੀ ਵਾਈਂਡ ਨਹੀਂ ਕੀਤਾ, ਉਹ ਮੈਂ ਬੱਚੀ ਦੀ ਸ਼ਾਦੀ ਕਰਨੀ ਹੈ, ਮੇਰੇ ਛੋਟੇ ਬੱਚੇ ਪਿੱਛੇ ਰਹਿ ਗਏ ਨੇ ਜਿਹੜੇ ਨਾਲ ਨਹੀਂ ਆ ਸਕੇ, ਮੈਂ ਤੇ ਇਹ ਮਕਾਨ ਵੇਚਣਾ ਸੀ, ਯਾਰ ਮੇਰੇ ਬੁੱਢੇ ਮਾਂ-ਬਾਪ ਨੇ, ਉਹਨਾਂ ਨੂੰ ਮੇਰੀ ਜ਼ਰੂਰਤ ਹੈ। ਇਸ ਤੋਂ ਇਲਾਵਾ ਹੋਰ ਬੇਤਾਸ਼ਾ ਮਸਲੇ ਜਿਹੜੇ ਪਿੱਛੇ ਰਹਿ ਜਾਂਦੇ ਨੇ, ਲੇਕਿਨ ਜ਼ਾਹਿਰ ਤੁਹਾਡਾ ਨੰਬਰ ਆ ਜਾਂਦਾ, ਤੁਸੀਂ ਇੰਟਰਵਿਊ ਦਿੰਦੇ ਹੋ, ਗ੍ਰੀਨ ਕਾਰਡ ਲੈ ਕੇ ਇੱਥੇ ਆ ਜਾਂਦੇ ਹੋ, ਲੇਕਿਨ ਟੈਨਸ਼ਨ ਦਾ ਸ਼ਿਕਾਰ ਮੈਂ ਹੁਣ ਇੱਥੇ ਰਹਿ ਵੀ ਨਹੀਂ ਸਕਦਾ, ਵਾਪਸ ਵੀ ਜਾਣਾ, ਮੈਂ ਕੀ ਕਰਾਂ? ਇਹ ਫਿਰ ਤੁਸੀਂ ਸਵਾਲ ਮੇਰੇ ਕੋਲ, ਬੋਬੀ ਬਾਈ ਹੁਣ ਗ੍ਰੀਨ ਕਾਰਡ ਆ ਗਿਆ, ਮਸਲੇ ਮਸਾਇਲ ਬੜੇ ਨੇ, ਹੁਣ ਮੈਨੂੰ ਦੱਸੋ ਇਹਦਾ ਹੱਲ ਦੱਸੋ। ਤੇ ਦੋਸਤੋ ਉਹਦਾ ਹੱਲ ਹੈ, ਗਾਈਡਲਾਈਨ ਹੈ ਪੂਰੀ, ਕੋਈ ਮਸਲਾ ਨਹੀਂ। ਇਹ ਗਾਈਡਲਾਈਨ ਜਿਹੜੀਆਂ USCIS ਬਣਾਉਂਦੀ ਹੈ ਨਾ, ਸਾਡੇ ਵਾਸਤੇ ਬਣਾਉਂਦੀ ਹੈ, ਕਾਨੂੰਨ ਨਹੀਂ ਹੁੰਦੇ। ਮੈਂ ਕੋਈ ਵਕੀਲ ਨਹੀਂ ਹੈਗਾ, ਮੈਂ ਕੋਈ ਕੰਸਲਟੈਂਟ ਨਹੀਂ ਜੋ ਤੁਹਾਨੂੰ ਕਾਨੂੰਨ ਪੜ੍ਹ ਕੇ ਦੱਸਣਾ। ਮੈਂ ਤੁਹਾਨੂੰ ਗਾਈਡਲਾਈਨ ਦੱਸਣਾ ਜਾਂ ਖਬਰਾਂ ਦੱਸਣਾ। ਗਾਈਡਲਾਈਨ ਕਿਹਦੇ ਵਾਸਤੇ ਬਣਾਈ ਜਾਂਦੀਆਂ ਨੇ? ਸਾਡੇ ਵਾਸਤੇ। ਉਹਨੂੰ ਅਸੀਂ ਦੱਸਣਾ ਹੁੰਦਾ ਕਿ ਵੀ ਇਹ ਗਾਈਡਲਾਈਨ ਹੈ, ਇਹਨੂੰ ਫਾਲੋ ਕਰ ਲਓ। ਕਾਨੂੰਨ ਦੱਸਣਾ ਤੇ ਵਕੀਲਾਂ ਦਾ ਕੰਮ ਹੈ ਨਾ, ਮੈਂ ਕੋਈ ਵਕੀਲ ਥੋੜੀ ਹਾਂ। ਲੇਕਿਨ ਗਾਈਡਲਾਈਨ USCIS ਮੇਰੇ ਵਾਸਤੇ, ਤੁਹਾਡੇ ਵਾਸਤੇ, ਆਮ ਬੰਦਿਆਂ ਵਾਸਤੇ ਬਣਾ ਕੇ ਦਿੰਦੀ ਹੈ। ਔਰ ਆਪਣੀ ਗਾਈਡਲਾਈਨ ਦੇ ਵਿੱਚ ਉਹਨਾਂ ਨੇ ਵਾਜ਼ਿਆ ਤੌਰ ਤੇ ਕਹਿਤਾ ਹੈ ਕੋਈ ਕਾਨੂੰਨ ਨਹੀਂ। ਅੱਜ ਗ੍ਰੀਨ ਕਾਰਡ ਮਿਲਿਆ, ਕੱਲ ਤੁਸੀਂ ਕੀ ਕਰ ਸਕਦੇ ਹੋ? ਰੀ ਐਂਟਰੀ ਪਰਮਿਟ ਅਪਲਾਈ ਕਰ ਸਕਦੇ ਹੋ। ਰੀ ਐਂਟਰੀ ਪਰਮਿਟ ਹੁਣ ਕੀ ਚੀਜ਼ ਹੈ? ਨਵਾਂ ਗ੍ਰੀਨ ਕਾਰਡ ਵਾਲਾ ਵੀ ਕਰ ਸਕਦਾ, ਕਿਉਂਕਿ ਨਵੇਂ ਗ੍ਰੀਨ ਕਾਰਡ ਵਾਲੇ ਅਕਸਰ ਇਹ ਸਵਾਲ ਕਰਦੇ ਨੇ। ਰੀ ਐਂਟਰੀ ਪਰਮਿਟ ਦੇ ਉੱਤੇ ਤੁਸੀਂ 2 ਸਾਲ ਤੱਕ ਅਮਰੀਕਾ ਤੋਂ ਬਾਹਰ ਰਹਿ ਸਕਦੇ ਹੋ ਲੀਗਲੀ, ਤੁਹਾਨੂੰ ਕੋਈ ਨਹੀਂ ਪੁੱਛੇਗਾ। ਅੱਜ ਕੁਝ ਪੁਆਇੰਟ ਨੇ ਜਿਹੜੇ ਮੈਂ ਅੱਜ ਕਲੀਅਰ ਕਰਨੇ ਨੇ ਅੱਗੇ ਜਾ ਕੇ। ਉਹਦਾ ਤਰੀਕਾਕਾਰ ਕੀ ਹੈ? ਗ੍ਰੀਨ ਕਾਰਡ ਆ ਗਿਆ, ਹੁਣ ਤੁਸੀਂ ਜਾਣਾ ਅਗਲੇ ਦਿਨ, ਜਾਂ ਸਵੇਰ ਗ੍ਰੀਨ ਕਾਰਡ ਹੈ ਸ਼ਾਮ ਨੂੰ ਅਪਲਾਈ ਕਰ ਦਿਓ, ਕੋਈ ਪੁੱਛਣ ਵਾਲਾ ਨਹੀਂ। ਫਾਰਮ 1 I-131, ਇਹ ਫਾਰਮ ਤੁਸੀਂ ਫਿਲ ਕਰਨਾ, ਨਾਲ ਫੀਸ ਜਮ੍ਹਾਂ ਕਰਾਣੀ ਹੈ ਤੇ ਜਮ੍ਹਾਂ ਕਰਾ ਦੇਣਾ। ਹੁਣ ਯਾਦ ਰੱਖੋ, ਤੁਸੀਂ ਉਨੀ ਦੇਰ ਤੱਕ ਅਮਰੀਕਾ ਨਹੀਂ ਛੱਡਣਾ ਜਿੰਨੀ ਦੇਰ ਤੱਕ ਤੁਹਾਡੇ ਬਾਇਓਮੈਟ੍ਰਿਕਸ ਨਾ ਹੋ ਜਾਣ। ਬਾਇਓਮੈਟ੍ਰਿਕਸ ਤੋਂ ਬਾਅਦ ਤੁਸੀਂ ਆਜ਼ਾਦ ਹੋ। ਉਹਦੇ ਆਉਣ ਦਾ ਵੇਟ ਨਹੀਂ ਕਰਨਾ, ਉਹਦੇ ਆਉਣ 'ਚ ਬੜੇ ਮਹੀਨੇ ਲੱਗ ਜਾਂਦੇ ਨੇ। ਤੁਸੀਂ ਬਾਇਓਮੈਟ੍ਰਿਕਸ 1 ਮਹੀਨੇ 'ਚ ਆਉਣ, 2 ਮਹੀਨੇ 'ਚ ਆਉਣ, ਉਨੀ ਦੇਰ ਤੱਕ ਤੁਸੀਂ ਅਮਰੀਕਾ ਰਹਿਣਾ। ਬਾਇਓਮੈਟ੍ਰਿਕਸ ਕਰਾ ਕੇ ਜਾਓ, ਸਕੂਨ ਦੇ ਨਾਲ ਜਾਓ, ਪਿੱਛੋਂ ਤੁਹਾਡੇ ਉਹ ਆਉਂਦਾ ਰਹੇਗਾ, ਤੁਹਾਨੂੰ ਘਰ ਪਹੁੰਚ ਜਾਏਗਾ, ਨੋ ਪ੍ਰੋਬਲਮ, ਤੁਹਾਡਾ ਮਾਮਲਾ ਕਲੀਅਰ ਹੋਗਾ। ਤੁਸੀਂ 2 ਸਾਲ ਸਕੂਨ ਦੇ ਨਾਲ ਰਹਿ ਸਕਦੇ ਹੋ। 2 ਸਾਲ ਪੂਰੇ ਨਹੀਂ ਕਰਨੇ, ਕੋਸ਼ਿਸ਼ ਕਰੋ 1-2 ਮਹੀਨੇ ਪਹਿਲੇ ਹੀ ਆ ਜਾਓ, ਸੇਫ ਸਾਈਡ ਵਾਸਤੇ। ਇਹ ਹੋ ਗਿਆ ਤਰੀਕਾਕਾਰ। ਅਗਲੀ ਗੱਲ ਸੁਣੋ, ਇਹ ਜਿਹੜੇ 2 ਸਾਲ ਤੁਸੀਂ ਬਾਹਰ ਰਹਿਣੇ ਨੇ, ਤੁਹਾਡੀ ਸਿਟੀਜ਼ਨਸ਼ਿਪ 'ਚ ਕਾਊਂਟ ਨਹੀਂ ਹੋਣੇ, ਕੋਈ ਸਿਟੀਜ਼ਨਸ਼ਿਪ ਦਾ ਕਾਊਂਟ ਨਹੀਂ। ਇਹ ਤੁਸੀਂ ਆਣਾ ਤੇ ਜ਼ੀਰੋ ਤੋਂ ਦੁਬਾਰਾ ਟਾਈਮ ਸ਼ੁਰੂ ਹੋਣਾ। ਇਸ ਵਾਸਤੇ ਐਜ਼ੀਅਨ 'ਚੋਂ ਕੱਢ ਦਿਓ, ਕਿਉਂਕਿ ਤੁਸੀਂ ਇਹ ਸਵਾਲ ਵੀ ਤੁਸੀਂ ਮੇਰੇ ਤੋਂ ਕਰਦੇ ਹੋ ਕਿ ਜੀ ਸਿਟੀਜ਼ਨਸ਼ਿਪ 'ਚ ਕਾਊਂਟ ਹੋਣਗੇ, ਨਹੀਂ ਕਾਊਂਟ ਹੋਣੇ। ਅਗਲੀ ਗੱਲ ਯਾਦ ਰੱਖੋ, ਇਹ ਤੁਸੀਂ ਕਿੰਨੀ ਵਾਰੀ ਜ਼ਿੰਦਗੀ 'ਚ ਲੈ ਸਕਦੇ ਹੋ, ਕੋਈ ਗਾਈਡਲਾਈਨ ਨਹੀਂ। ਉਹ ਕਹਿੰਦੇ ਨੇ ਜਦੋਂ ਜਿੰਨੀ ਵਾਰੀ ਮਰਜ਼ੀ ਲਵੋ, ਕੋਈ ਲਿਮਟ ਨਹੀਂ ਰੱਖੀ USCIS ਨੇ, ਓਪਨ ਕੀਤਾ ਹੈ। ਕੀ ਹੈ, ਤੁਸੀਂ 2 ਵਾਰੀ ਲਵੋ, 4 ਵਾਰੀ ਲਵੋ, 6 ਵਾਰੀ ਲਵੋ, 8 ਵਾਰੀ ਲਵੋ, ਕੋਈ ਮਸਲਾ ਨਹੀਂ। ਲੇਕਿਨ ਇੱਕ ਪ੍ਰੋਬਲਮ ਯਾਦ ਰੱਖਣਾ, ਇਹ ਹੁਣ ਮੇਰੀ ਆਪਣੀ ਤੁਹਾਨੂੰ ਰਿਕਮੈਂਡੇਸ਼ਨ ਹੈ ਕਿ ਇੱਕ ਦਫਾ ਲੈ ਲਿਆ, ਬਹੁਤ ਮਜਬੂਰੀ ਹੈ ਤੇ ਦੂਜੀ ਦਫਾ ਲਵੋ, ਨਹੀਂ ਤੇ ਹੁਣ ਮੌਜੂਦਾ ਹਾਲਾਤ ਤੇ ਬਹੁਤ ਹੀ ਟਾਈਟ ਨੇ ਨਾ, ਵੈਟਿੰਗ ਹੋ ਰਹੀ ਹੈ, ਹਰ ਚੀਜ਼ ਦੇਖੀ ਜਾ ਰਹੀ ਹੈ, ਇਹ ਤੁਹਾਡੇ ਵਾਸਤੇ ਰੈੱਡ ਫਲੈਗ ਬਣ ਜਾਏਗਾ। ਉਹਦੀ ਵਜ੍ਹਾ ਕੀ ਹੈ? ਯਾਰ ਇਹ ਬੰਦੇ ਨੂੰ ਅਸੀਂ ਗ੍ਰੀਨ ਕਾਰਡ ਦਿੱਤਾ, ਇਹ ਆਇਆ ਨੇ 2 ਸਾਲ ਦਾ ਲੈ ਲਿਆ, ਅਸੀਂ ਮੰਨ ਗਏ ਯਾਰ ਇਹਨੂੰ ਮਜਬੂਰੀ ਹੈ, ਚਲਾ ਗਿਆ, ਨੋ ਪ੍ਰੋਬਲਮ। ਇਹ ਆਇਆ ਮਹੀਨਾ 2 ਮਹੀਨੇ ਰਿਹਾ, ਫਿਰ ਇਹਨੇ ਲੈ ਲਿਆ। ਇਹਦਾ ਮਤਲਬ ਇਹਦਾ ਇੱਥੇ ਰਹਿਣ ਦਾ ਕੋਈ ਇਰਾਦਾ ਨਹੀਂ। ਇਹਨੇ ਸਾਨੂੰ ਬਸ ਗ੍ਰੀਨ ਕਾਰਡ ਦੇ ਸਾਨੂੰ ਆਪਣੇ ਪਿੱਛੇ ਲਾਇਆ ਕਿ ਗ੍ਰੀਨ ਕਾਰਡ ਅਸੀਂ ਇਹਨੂੰ ਦੇਤਾ ਹੈ, ਬਸ ਹੁਣ ਆਏਗਾ, ਗ੍ਰੀਨ ਕਾਰਡ ਨੂੰ ਕਾਇਮ ਰੱਖੇਗਾ, ਆਂਦਾ ਜਾਂਦਾ ਰਹੇਗਾ, 2 ਸਾਲ ਉੱਥੇ ਰਹੇਗਾ, 2 ਮਹੀਨੇ ਇੱਥੇ ਰਹੇਗਾ। ਉਹ ਤੁਹਾਨੂੰ ਅਬੈਂਡਡ ਕੰਸੀਡਰ ਕਰਕੇ ਤੁਹਾਡਾ ਗ੍ਰੀਨ ਕਾਰਡ ਰਿਵੋਕ ਕਰ ਦੇਣਗੇ। ਇਹ ਯਾਦ ਰੱਖਣਾ। ਇਹ ਹੋ ਸਕਦਾ, ਇਹ ਇਖਤਿਆਰ ਉਹਨਾਂ ਨੂੰ ਹਾਸਲ ਹੈ। ਇਹ ਅਬੈਂਡਡ ਦਾ ਜਿਹੜਾ ਕਾਨੂੰਨ ਹੈ ਨਾ, ਉਹ ਬੜਾ ਸਖਤ ਹੈਗਾ। ਤੁਸੀਂ ਜ਼ਿਆਦਾ ਟਾਈਮ ਇਜਾਜ਼ਤ ਲਿਆ ਬਗੈਰ ਬਾਹਰ ਰਹਿੰਦੇ ਹੋ ਜਾਂ ਬਾਰ-ਬਾਰ ਇਜਾਜ਼ਤ ਲੈ ਕੇ ਜਾਂਦੇ ਹੋ, ਤੇ ਇਹ ਅਬੈਂਡਡ ਦੇ ਜ਼ੁਮਰੇ 'ਚ ਆਉਂਦਾ, ਕਿਉਂਕਿ ਉਹ ਕਹਿੰਦੇ ਨੇ ਯਾਰ ਅਸੀਂ ਤਾਂ ਉਹਨੂੰ ਸਹੂਲਤ ਦਿੱਤੀ ਹੈ। ਇਹ ਦੇਖੋ, ਇਹ ਸਾਡਾ ਹੱਕ ਨਹੀਂ ਗਾ ਗ੍ਰੀਨ ਕਾਰਡ ਲੈਣਾ, ਇਹ ਇੱਕ ਪ੍ਰਿਵਿਲੇਜ ਹੈ। ਤੇ ਉਹ ਜਦੋਂ ਪ੍ਰਿਵਿਲੇਜ ਇੱਕ ਹੁੰਦੀ ਹੈ ਤੇ ਫਿਰ ਉਹਨੂੰ ਉਸ ਹਿਸਾਬ ਨਾਲ ਚਲਾਉਣਾ ਪੈਂਦਾ ਨਾ। ਇਸ ਵਾਸਤੇ ਮੈਂ ਰਿਕਮੈਂਡ ਕਰਾਂਗਾ, 1 ਵਾਰੀ ਲੈ ਲਿਆ, ਦੂਜੀ ਵਾਰੀ ਲੈ ਲਿਆ, ਬਸ ਦੈਟਸ ਇਟ। ਕੋਸ਼ਿਸ਼ ਕਰੋ ਕਿ ਆਪਣੇ ਮਾਮਲਾ ਪਹਿਲੀ ਦਫਾ 'ਚ ਕਲੀਅਰ ਹੋ ਜਾਣ, ਬਾਰ-ਬਾਰ ਇਹਨੂੰ ਨਾ ਲੈਣਾ ਪਵੇ। ਇਹ ਖਤਰੇ ਦੀ ਘੰਟੀ ਬਣ ਜਾਏਗਾ, ਇਹ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੋ ਜਾਏਗਾ ਜੀ, ਯਾਦ ਰੱਖਣਾ। ਹਾਂ, ਹੁਣ ਤੁਸੀਂ ਲੈ ਲਿਆ, ਚਲੇ ਗਏ ਹੋ, ਕੁਝ ਚੀਜ਼ਾਂ ਤੁਸੀਂ ਫੇਰ ਵੀ ਕਰਨੀਆਂ ਨੇ। ਆਪਣਾ ਬੈਂਕ ਅਕਾਊਂਟ ਇੱਥੇ ਰੱਖਣਾ ਹੈ, ਜਿਹਨੂੰ ਕਹਿੰਦੇ ਪੰਜਾਬੀ 'ਚ ਠੀਆ ਇੱਥੇ ਰੱਖਣਾ ਹੈ। ਆਪਣਾ ਐਡਰੈਸ ਰੱਖਣਾ ਹੈ। ਆਪਣੀ ਟੈਕਸ ਰਿਟਰਨ ਜਮ੍ਹਾਂ ਕਰਾਣੀ ਪਵੇ, ਕੋਈ ਇਨਕਮ ਨਹੀਂ, 0 'ਚ ਕਰਾ ਦਿਓ, ਟੈਕਸ ਰਿਟਰਨ ਜਮ੍ਹਾਂ ਕਰਵਾਓ। ਫੋਰਨ ਇਨਕਮ ਸ਼ੋ ਕਰਵਾ ਦਿਓ, ਜੇ ਉੱਥੇ ਕੰਮ ਕਰ ਰਹੇ ਹੋ, ਕਾਰੋਬਾਰ ਕਰ ਰਹੇ ਹੋ, ਜੇ ਨੌਕਰੀ ਹੈਗੀ ਹੈ, ਫੋਰਨ ਇਨਕਮ ਸ਼ੋ ਕਰਵਾ ਦਿਓ, ਨੋ ਪ੍ਰੋਬਲਮ। ਇਹ ਚੀਜ਼ਾਂ ਤੁਸੀਂ ਕਰਨੀਆਂ ਨੇ ਤਾਂ ਕਿ ਤੁਹਾਡਾ ਇੱਥੇ ਸਿਸਟਮ ਰਹੇ ਕਿ ਇਹ ਨਹੀਂ ਕਿ ਇਹ ਬੰਦਾ ਹੁਣ ਜਨਾਬ ਚਲਾ ਗਿਆ, ਬਿਲਕੁਲ ਹੀ 0 ਹੋ ਗਿਆ, ਤਾਂ ਇੱਥੇ ਕੁਝ ਵੀ ਨਹੀਂ ਹੈਗਾ।
ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰਨਾ ਔਰ ਦੇਣਾ ਇਹਨੂੰ ਰੱਖਣਾ ਨਾਲ। ਇਹ ਤੁਸੀਂ ਕਰ ਸਕਦੇ ਹੋ, ਬਿਲਕੁਲ ਲੀਗਲ ਹੈ। ਆਪਣੇ ਮਸਾਇਲ ਹੱਲ ਕਰੋ, ਕੋਸ਼ਿਸ਼ ਕਰੋ ਕਿ ਇੱਕੋ ਵਾਰੀ ਲਵੋ ਔਰ ਵਾਪਸ ਆਇਓ। ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ, ਕੋਈ ਇਹਦੇ 'ਚ ਮਸਲਾ ਨਹੀਂ ਗਾ। ਆਲ ਜੈਨੂਇਨ ਹੈ, ਆਲ ਲੀਗਲ ਹੈ ਸਾਡੇ ਵਾਸਤੇ ਹੈਗਾ। ਐਵੇਂ ਤਕਰੀਬਨ ਹਰ ਚੀਜ਼ ਹੀ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਿੱਤੀ ਹੈ। ਫਿਰ ਵੀ ਅਗਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਮੈਂਟਸ ਦੇ ਵਿੱਚ ਮੇਰੇ ਕੋਲ ਪੁੱਛ ਸਕਦੇ ਹੋ, ਮੈਂ ਤੁਹਾਨੂੰ ਉਹਦਾ ਜਵਾਬ ਦੇਵਾਂਗਾ, ਨੋ ਪ੍ਰੋਬਲਮ। ਲੇਕਿਨ ਰੀ ਐਂਟਰੀ ਪਰਮਿਟ ਫਾਰਮ I-131 ਤੁਹਾਡਾ ਹੱਕ ਹੈ। ਥੈਂਕ ਯੂ ਸੋ ਮਚ।